ਅੱਜ ਕਾਂਗਰਸ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ ਜਦੋਂ ਇੱਕ ਯੁਵਾ ਨੇਤਾ ਦਮਨ ਠਿੰਡ ਬਾਜਵਾ ਨੇ ਕਾਂਗਰਸ ਛੱਡ ਕੇ ਬੀਜੇਪੀ ਦਾ ਦਾਮਨ ਜਿਹੜਾ ਹੈ ਉਹ ਥੰਮ ਲਿਆ। ਦਮਨ, ਪਹਿਲਾ ਤੁਹਾਡਾ ਰਿਐਕਸ਼ਨ ਕੀ ਹੈ ਬੀਜੇਪੀ ਚ ਆਉਣ ਤੇ? नहीं, रिएक्शन देखो, मैं बड़ा सोच समझ के फैसला लिया और बड़े दिनों बाद लिया। कोई ऐसा नहीं कि एक पासे मैनू टिकट नहीं दी गई और नाल दी नाल मैं किसी होर पासे आ गई। मैं बहुत सोच समझ के अपनी जिहड़ी पहली पार्टी सी उसनू पूरा वक्त दे के अपने साथियों की सलाह मशवरा लैके इस पासे आई है। तो मेरा बड़ा कैलकुलेटेड और सोचा समझा डिसीजन है और मेरा यही रिएक्शन है कि मेरी जिहड़ी प्रायरिटी है वो कम है। मेरी प्रायरिटी है कि सनाम विच मैं किस तरीके नाल बेहतर डिवेलपमेंट करवा सकती हाँ, विकास करवा सकती हाँ। सुनाम बहुत चीज़ों तो वंझ है, सो वो चीज़ों मैं अगे किवें ले जा सकती है। तो मैनू लगता है कि बीजेपी एक बहुत ही स्ट्रोंग और एक नैशनल पार्टी है और जिस तरीके का इन्हों का वर्क कल्चर मैं आज 3-4 दिनों समझ सकी है, मैनू लगता है कि बहुत वधिया तरीके नाल असीं इत्थे अपने जिहड़े मकसद है वो हासिल कर सकांगे। जिस टाइम तुसी कांग्रेस ने टिकट नहीं दी, फिर तुसी इंडिपेंडेंट लड़न का फैसला कर लिता, हुण वो भी छड्ड के तुसी बीजेपी च आ गए। मैं नहीं, बिल्कुल मैं इंडिपेंडेंट अपने कागज़ भरे सीगे और मैं उदों भी मीडिया ਨੂੰ ਇੱਕ ਹੀ ਗੱਲ ਕਹੀ ਸੀ ਕਿ ਉਹ ਫੈਸਲਾ ਵੀ ਮੈਂ ਆਪਣੇ ਸਾਥੀਆਂ ਨੂੰ ਪੁੱਛ ਕੇ ਲਿਆ ਸੀ, ਸਾਥੀਆਂ ਦੇ ਸਾਥ ਨਾਲ ਲਿਆ ਸੀ। ਪਰ ਜਦੋਂ ਕਾਂਗਰਸ ਨੇ ਉਹਨਾਂ ਨੂੰ ਹੀ ਫੋਨ ਕਰਕੇ ਇਹ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਦਾਮਨ ਦੇ ਨਾਲ ਗੱਲ ਕਰਨਾ ਚਾਹੁੰਦੇ ਆ, ਦਾਮਨ ਸਾਡੇ ਨਾਲ ਗੱਲ ਨਹੀਂ ਕਰ ਰਹੀ, ਤਾਂ ਮੇਰੇ ਸਾਥੀਆਂ ਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੋਇਆ ਕਿ ਸਾਨੂੰ ਉਹਨਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ। ਉਹਨਾਂ ਦੀ ਦਿੱਤੇ ਵਚਨ ਤੇ ਮੈਂ ਆਪਣੇ ਕਾਗਜ਼ ਵਾਪਸ ਲਏ। ਮੈਨੂੰ 2 ਵਜੇ 3 ਵਜੇ ਜੋ ਲਾਸਟ ਟਾਈਮ ਹੁੰਦਾ ਕਾਗਜ਼ ਵਾਪਸ ਲੈਣ ਦਾ, ਮੈਨੂੰ 2-2:30 ਵਜੇ ਤੱਕ ਲਗਾਤਾਰ ਕਾਲਸ ਆਉਂਦੀਆਂ ਰਹੀਆਂ ਕਿ ਤੁਸੀਂ ਇੱਕ ਵਾਰੀ ਸਾਡੇ ਨਾਲ ਗੱਲ ਕਰੋ, ਤੁਸੀਂ ਜੋ ਕਹਿ ਰਹੇ ਹੋ, ਤੁਹਾਡਾ ਜੋ ਮਾਣ ਸਤਿਕਾਰ, ਤੁਹਾਨੂੰ ਜੋ ਦਿੱਕਤ ਆਈ ਹੈ, ਜੋ ਤੁਹਾਡੀਆਂ ਪ੍ਰੋਬਲਮਸ ਹੈ, ਉਹਨਾਂ ਨੂੰ ਹੱਲ ਕੀਤਾ ਜਾਊਗਾ। ਤੁਹਾਨੂੰ ਤੁਹਾਡੀ ਬਣਦੀ ਜਿਹੜੀ ਤੁਹਾਨੂੰ ਔਰ ਤੁਹਾਡੇ ਸਾਥੀਆਂ ਨੂੰ ਉਹਨਾਂ ਦੀ ਜਿਹੜੀ ਤਰਜੀਹ ਹੈ ਉਹ ਦਿੱਤੀ ਜਾਊਗੀ ਔਰ ਤੁਹਾਡਾ ਮਾਣ ਸਤਿਕਾਰ ਬਰਕਰਾਰ ਰੱਖਿਆ ਜਾਊਗਾ। ਉਸ ਵਚਨ ਤੇ मैं स्टैप बैक किया क्योंकि मेरी पार्टी सीगी, मैनू उन्हां ते यकीन सीगा। बट दोबारा जदों मैनू मेरे नाल विश्वासघात होया कि वो सिर्फ एक साजिश सीगी कागज़ वापस करवाउण दी, तो ऑब्वियसली उस तो बाद एक कदम उठाना लाजमी सी। ਤੁਹਾਡੀ ਤਾਂ ਰਾਹੁਲ ਗਾਂधी जी ਨਾਲ ਮੁਲਾਕਾਤ ਹੋ ਰਹੀ ਸੀ ਲੁਧਿਆਣੇ जी, बट वो मुलाकात सिर्फ 30 सेकंड दी सीगी और ਉਹਦੇ ਵਿੱਚ कोई भी ਜਿਹੜੇ ਮੇਰੇ ਮੁੱਦੇ ਹੈ ਜਾਂ ਜਿਹੜੇ ਮੇਰੇ ਮਨ ਦੇ ਸਵਾਲ ਸੀ ਉਹ ਐਡਰੈਸ ਨਹੀਂ ਹੋਏ ਔਰ ਮੈਨੂੰ ਉਸ ਗੱਲ ਦਾ ਵੀ ਬੜਾ ਅਫਸੋਸ ਮਹਿਸੂਸ ਹੋਇਆ ਕਿਉਂਕਿ ਮੈਨੂੰ ਇਹ ਲੱਗਾ ਕਿ ਸ਼ਾਇਦ ਹਾਈ ਕਮਾਂਡ ਨੂੰ ਪਤਾ ਹੀ ਨਹੀਂ ਕਿ ਜ਼ਮੀਨ ਤੇ ਕੀ ਹੋ ਰਿਹਾ ਹੈ ਜਾਂ ਕਿਸ ਤਰੀਕੇ ਨੌਜਵਾਨਾਂ ਦੇ ਜਿਹੜੇ ਹੱਕ ਹੈ ਉਹ ਮਾਰੇ ਜਾ ਰਹੇ ਆ ਸਿਰਫ ਮੌਜੂਦਾ ਲੀਡਰਾਂ ਦੇ ਜਿਹੜੇ ਐਮਐਲਏਜ਼ ਨੇ ਜਾਂ ਮਿਨਿਸਟਰਸ ਹੈ ਉਹਨਾਂ ਨੇ ਭਤੀਜਿਆਂ ਭਰਾਵਾਂ ਨੂੰ ਐਡਜਸਟ ਕਰਨ ਵਾਸਤੇ। ਤੁਸੀਂ ਤਾਂ ਪਿਛਲੀ ਵਾਰੀ ਵੀ ਇਲੈਕਸ਼ਨ ਲੜਿਆ ਸੀ, ਕਾਂਗਰਸ ਦੀ ਟਿਕਟ ਤੇ ਲੜਿਆ ਸੀਗਾ ਔਰ ਹਾਲਾਂਕਿ ਸ਼ਾਇਦ ਤੁਸੀਂ ਹਾਰ ਗਏ ਸੀਗੇ, ਪਰ ਇਸ ਵਾਰੀ ਤਾਂ ਤੁਹਾਡੀ ਟਿਕਟ ਪੱਕੀ ਮੰਨੀ ਜਾ ਰਹੀ ਸੀ। ਚਰਨਜੀਤ ਸਿੰਘ ਚੰਨੀ ਤੁਹਾਡੇ ਇਲਾਕੇ 'ਚ ਜਾ ਕੇ ਤੁਹਾਡੇ ਸੁਨਾਮ ਤੋਂ ਤੁਹਾਨੂੰ ਘੋਸ਼ਣਾ ਕਰ ਆਏ ਸੀਗੇ, ਉਸ ਤੋਂ ਬਾਅਦ ਕੀ ਰੀਜ਼ਨ ਰਹੇ ਕਿ ਤੁਹਾਡੀ ਟਿਕਟ ਕਾਂਗਰਸ ਨੇ ਕੱਟ ਦਿੱਤੀ? ਇੱਕੋ ਇੱਕ ਰੀਜ਼ਨ ਸੀਗਾ, ਮੈਂ ਪਹਿਲਾਂ ਵੀ ਕਿਹਾ, ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਮੇਰੀ ਟਿਕਟ ਇੱਕ ਸਾਜ਼ਿਸ਼ ਦੇ ਤਹਿਤ ਕੱਟੀ ਗਈ ਹੈ। ਇਹ ਨਵਜੋਤ ਸਿੰਘ ਸਿੱਧੂ ਜੀ ਦੇ ਭਤੀਜੇ ਨੂੰ ਅਮਰਗੜ੍ਹ ਐਡਜਸਟ ਕਰਨ ਵਾਸਤੇ ਉੱਥੋਂ ਦੇ ਸਿਟਿੰਗ ਐਮਐਲਏ ਦੇ ਭਤੀਜੇ ਨੂੰ ਸੁਨਾਮ ਭੇਜਿਆ ਗਿਆ ਔਰ ਇਹ ਦੋਨੋਂ ਸੀਟਸ ਇਸ ਜਿਹੜੀ ਬਾਰਟਰ ਸਿਸਟਮ ਕਹਿ ਲਓ ਜਾਂ ਇਸ ਸਮਝੌਤੇ ਵਿੱਚ ਇਹ ਦੋਨੋਂ ਸੀਟਸ ਦਾ ਜਿਹੜਾ ਹੈਗਾ ਫੈਸਲਾ ਲਿਆ ਗਿਆ ਔਰ ਮੇਰੇ ਵਰਗੇ ਨੌਜਵਾਨ ਦੀ ਮਿਹਨਤ ਨੂੰ ਅਣਗੌਲਿਆ, ਉਸ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਔਰ ਸਾਡੀ ਮਿਹਨਤ ਨੂੰ ਖੂਚ ਪਾ ਕੇ ਇੱਕ ਲੀਡਰ ਦੇ ਬੱਚੇ ਨੂੰ ਅੱਗੇ ਕੀਤਾ ਗਿਆ। ਤੇ ਚਰਨਜੀਤ ਸਿੰਘ ਚੰਨੀ ਤਾਂ ਤੁਹਾਡੇ ਨਾਲ ਸੀਗੇ, ਉਹ ਸੀਐਮ ਹੈਗੇ ਆ, ਤੇ ਉਹ ਵੀ ਤੁਹਾਡਾ ਵੀ ਫੇਵਰ ਨਹੀਂ ਕਰ ਪਾਏ? नहीं, उन्होंने देखो टू बी ऑनेस्ट उन्होंने मेरी लड़ाई लड़ी, अखीर तक लड़ी, बट अनफॉर्चुनेटली यही तो दुख है कि हाई कमांड भी एक व्यक्ति दे ब्लैकमेल या एक व्यक्ति दे अखां दिखाण ते इन्नी मजबूर होगी कि वो अपने एक नौजवान साथी दी पैरवी नहीं कर सकी, उसका हक नहीं मंग सकी। तो इस गल का भी अफसोस होया और महसूस होया कि फिर असी यह जे पार्टी विच रह के करना की है जिहड़ी साडी प्रोटैक्शन ही नहीं कर सकती। पर नवजोत सिंह सिद्धू तो बड़ी असूलों की गल करते हैं, ਤੁਹਾਡੇ ਸਾਹਮਣੇ ਹੈ ਜੀ। ਉਹ ਤਾਂ ਕਹਿੰਦੇ ਸੀ ਮੈਂ ਕਿਸੇ ਦੇ ਮੁੰਡੇ ਨੂੰ ਟਿਕਟ ਨਹੀਂ ਲੈਣ ਦਊਂਗਾ, ਆਪਣੇ ਮੇਰਾ ਮੁੰਡਾ ਨਹੀਂ ਲਊਗਾ। ਆਪਣੇ ਭਤੀਜੇ ਦੀ ਟਿਕਟ ਪਿੱਛੇ ਉਹਨਾਂ ਨੇ 3 ਹਲਕੇ ਉੱਪਰ ਥੱਲੇ ਕਰਤੇ। ਸੋ ਇੱਥੋਂ ਇਹ ਬਿਲਕੁਲ ਕਲੀਅਰ ਹੈ ਕਿ ਕਿੰਨੇ ਕੁ ਅਸੂਲਾਂ ਦੇ ਉਹ ਪੱਕੇ ਨੇ, ਕਿੰਨੇ ਕੁ ਉਹ ਆਪਣੇ ਅਸੂਲਾਂ ਤੇ ਖੜਦੇ ਨੇ। ਹੁਣ ਬੀਜੇਪੀ 'ਚ ਕਿਉਂਕਿ ਟਿਕਟ ਵਾਲਾ ਦਾ ਦੌਰ ਨਿਕਲ ਗਿਆ, ਹੁਣ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ, ਤਾਂ ਫਿਰ ਸੁਨਾਮ ਲਈ ਕੀ ਕਰੋਗੇ? ਮੈਂ ਸੁਨਾਮ ਵਿੱਚ ਬੀਜੇਪੀ ਦਾ ਜਿਹੜਾ ਕੈਂਡੀਡੇਟ ਹੈ ਸਾਡੇ ਸਨਮੁਖ ਸਿੰਘ ਮੋਖਾ ਜੀ, ਉਹਨਾਂ ਦਾ ਡਟ ਕੇ ਸਾਥ ਦਊਂਗੀ, ਕੰਮ ਕਰੂੰਗੀ। ਮੈਂ ਗਰਾਊਂਡ ਨਾਲ ਜੁੜੀ ਹੋਈ ਹਾਂ ਔਰ ਮੇਰੇ ਵਰਗੇ ਵਿਅਕਤੀ ਮੈਂ ਕੋਈ ਇਲੈਕਸ਼ਨ ਲੜਨ ਦੀ ਰੇਸ ਵਿੱਚ ਨਹੀਂ ਹਾਂ, ਨਾ ਕਦੀ ਸੀਗੀ। ਮੈਂ ਕੰਮ ਵਿੱਚ ਯਕੀਨ ਰੱਖਦੀ ਹਾਂ ਔਰ ਜੋ ਚੰਗਾ ਕੰਮ ਕਰੂੰਗੀ ਤਾਂ ਮੈਂ ਆਪੇ ਹੀ ਅੱਗੇ ਆ ਜਾਊਂਗੀ।
ਇਹ ਸੀਗੇ ਦਮਨ ਸਿੰਘ ਬਾਜਵਾ ਜੀ, ਜਿਹੜੇ ਕਾਂਗਰਸ ਨੂੰ ਛੱਡ ਕੇ ਅੱਜ ਬੀਜੇਪੀ ਦਾ ਦਾਮਨ ਥੰਮਿਆ ਔਰ ਉਹਨਾਂ ਦਾ ਕਹਿਣਾ ਹੈ ਕਿ ਉਹ ਸੁਨਾਮ ਵਿੱਚ ਬੀਜੇਪੀ ਨੂੰ ਜਿਤਾਉਣ ਲਈ ਕੰਮ ਕਰਨਗੇ। ਮੈਂ ਦਿਨੇਸ਼ ਕੋਲ, ਕੈਮਰਾਮੈਨ ਦੀਪਕ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ਅਲੀਸ਼ਾ ਬੇਗਮ, ਨਾ ਕੋਈ ਚੁਣੌਤੀ ਨਾ ਕੋਈ ਇਨਾਮ, ਸਿਰਫ ਕੰਮ ਨੂੰ ਸਲਾਮ। ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ, ਪਿਆਰ ਵਿੱਚ ਧੋਖਾ, ਵਿਆਹ ਲਈ ਮਾਂ-ਬਾਪ ਦਾ ਨਾ ਮੰਨਣਾ, ਕੰਮ ਉਹੀ ਜੋ ਸਿਰ ਚੜ ਕੇ ਬੋਲੇ ਇੱਧਰ ਉੱਧਰ ਨਾ ਭਟਕੋ, ਦੁਆ ਵੀ ਤਕਦੀਰ ਬਦਲ ਸਕਦੀ ਹੈ। ਸੋਚਣ ਨਾਲ ਨਹੀਂ, ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ। ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ। ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ ਹੈ। ਜੇ ਤੁਹਾਡੀ ਕਿਸਮਤ 'ਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਸੁਪਰ ਸਪੈਸ਼ਲਿਸਟ, ਪਤੀ ਅਤੇ ਪਤਨੀ ਵਿਚਕਾਰ ਦਰਾਰ, ਪ੍ਰੇਮ ਵਿਆਹ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਅਦਾਲਤੀ ਕੇਸ, ਤਲਾਕ ਦਾ ਕੇਸ, ਸੌਂਕਣ, ਦੁਸ਼ਮਣ ਤੋਂ ਛੁਟਕਾਰਾ ਪਾਓ, ਲੋਟਰੀ, ਸੱਟਾ ਨੰਬਰ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਬਿਮਾਰੀ 'ਚ ਦਵਾਈ ਦਾ ਨਾ ਲੱਗਣਾ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जा तुड़वाओ, रुस्से नूं मनाउणा। हुणे कॉल करो बाबा सलीम खान 98 199 37 467।